ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ। ਅੱਜ ਆਪਾਂ ਤੁਹਾਡੇ ਲਈ ਕਰਾਂਗੇ 10ਵੀਂ ਜਮਾਤ ਲਈ ਸਾਇੰਸ ਵਿਸ਼ੇ ਦੀਆਂ ਕੁਝ ਮਹੱਤਵਪੂਰਨ ਵਰਕਸ਼ੀਟ ਜਿਹੜੀਆਂ ਕਿ ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ। ਉਹ ਭਾਵੇਂ ਸਤੰਬਰ ਐਗਜ਼ਾਮ ਹੋਵੇ, ਦਸੰਬਰ ਹੋਵੇ ਜਾਂ ਫਾਈਨਲ ਪੇਪਰ ਹੋਵੇ, ਜਾਂ ਇੱਕ ਆਪਣਾ ਹੋਰ ਸਰਵੇ ਹੋਣਾ ਇੱਕ ਨੈਸ, ਉਹਦੇ ਲਈ ਵੀ ਇਹ ਬਹੁਤ ਜ਼ਰੂਰੀ ਹਨ। ਇਹਦੇ ਵਿੱਚ ਚੈਪਟਰ ਆਪਾਂ ਡਿਸਕਸ ਕਰਾਂਗੇ ਊਰਜਾ ਦੇ ਸੋਮੇ, ਕੁਦਰਤੀ ਸਾਧਨਾਂ ਦਾ ਪ੍ਰਬੰਧ, ਅਨੁਵੰਸ਼ਿਕਤਾ ਅਤੇ ਜੀਵ ਵਿਕਾਸ। ਤੁਸੀਂ ਇਹਨਾਂ ਵਰਕਸ਼ੀਟ ਦੇ ਆਨਸਰ ਦਾ ਜਿਹੜੇ ਉਹ ਟਿਕ ਲਗਾ ਲੈਣੇ ਆਪਣੇ ਵਾਲੀ ਵਰਕਸ਼ੀਟ 'ਤੇ। ਅਗਰ ਕਿਸੇ ਨੂੰ ਬੱਚੇ ਨੂੰ ਵਰਕਸ਼ੀਟ ਨਹੀਂ ਮਿਲੀ ਤਾਂ ਉਹ ਆਪਣੀ ਕਾਪੀ 'ਤੇ ਇਹਨਾਂ ਕੁਐਸਚਨਾਂ ਨੂੰ ਨੋਟ ਕਰ ਲੇਗਾ। ਠੀਕ ਹੈ ਬੇਟਾ, ਚਲੋ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਕ੍ਰਿਸ਼ਨ ਦੇ ਅਧਿਆਪਕ ਨੇ ਦੱਸਿਆ ਕਿ ਰੋਜ਼ਾਨਾ ਜੀਵਨ ਵਿੱਚ ਕਾਰਜ ਕਰਨ ਲਈ ਅਸੀਂ ਊਰਜਾ ਦੇ ਕਈ ਸੋਮਿਆਂ ਦਾ ਉਪਯੋਗ ਕਰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਊਰਜਾ ਦਾ ਵਧੀਆ ਸੋਮਾ ਕਿਹੜਾ ਹੈ? ਫਸਟ ਆਪਸ਼ਨ, ਜੋ ਸੌਖ ਨਾਲ ਮਿਲ ਸਕੇ, ਬਿਲਕੁਲ। ਜੋ ਭੰਡਾਰ ਕਰਨਾ ਆਸਾਨ ਹੋਵੇ, ਬਿਲਕੁਲ ਸਹੀ। ਜੋ ਸਸਤਾ ਹੋਵੇ, ਸਹੀ। ਠੀਕ ਹੈ, ਉਪਰੋਕਤ ਸਾਰੇ ਆਪਾਂ ਅਜਿਹਾ ਊਰਜਾ ਦਾ ਸੋਮਾ ਲਵਾਂਗੇ ਜਿਹੜਾ ਸੌਖਾ ਮਿਲ ਜੇ, ਭੰਡਾਰ ਕਰਨਾ ਆਸਾਨ ਹੋਵੇ ਅਤੇ ਸਸਤਾ ਹੋਵੇ। ਤਾਂ ਲਾਸਟ ਆਪਸ਼ਨ ਇਹਦੇ ਲਈ ਸਹੀ ਬਣ ਜੂਗੀ, ਉਪਰੋਕਤ ਸਾਰੇ। ਠੀਕ। ਨੈਕਸਟ ਕੁਐਸਚਨ, ਰਾਜਪਾਲ ਨੇ ਆਪਣੇ ਸਕੂਲ ਟੂਰ ਦੌਰਾਨ ਹਾਈਡਰੋ ਪਾਵਰ ਪਲਾਂਟ ਦਾ ਦੌਰਾ ਕੀਤਾ। ਅਧਿਆਪਕ ਤੋਂ ਰਾਜਪਾਲ ਨੂੰ ਪਤਾ ਲੱਗਿਆ ਕਿ ਜਲ ਝਰਨੇ ਅਤੇ ਨਦੀਆਂ ਪੂਰਤੀਯੋਗ ਸੋਮੇ ਹਨ, ਪਰੰਤੂ ਇਹਨਾਂ ਨਾਲ ਕੁਝ ਸਮੱਸਿਆਵਾਂ ਵੀ ਜੁੜੀਆਂ ਹੋਈਆਂ ਹਨ। ਇਹ ਸਮੱਸਿਆਵਾਂ ਕਿਹੜੀਆਂ ਹਨ? ਪਹਿਲੀ ਆਪਸ਼ਨ, ਬੰਨਾਂ ਦਾ ਨਿਰਮਾਣ ਕੇਵਲ ਸੀਮਿਤ ਖੇਤਰਾਂ ਵਿੱਚ ਹੀ ਕੀਤਾ ਜਾ ਸਕਦਾ ਹੈ। ਇਹ ਬਿਲਕੁਲ ਸਹੀ ਹੈ। ਬੰਨਾਂ ਦੇ ਨਿਰਮਾਣ ਨਾਲ ਖੇਤੀਯੋਗ ਭੂਮੀ ਨਸ਼ਟ ਹੋ ਜਾਂਦੀ ਹੈ। ਜਦੋਂ ਬੰਨ ਬਣਾਏ ਜਾਣਗੇ ਖੇਤੀਯੋਗ ਭੂਮੀ ਹੈ ਜਿਹੜੀ ਨਸ਼ਟ ਵੀ ਹੋਏਗੀ। ਇਹ ਵੀ ਸਹੀ ਹੈ। ਪ੍ਰਸਥਿਤਿਕ ਸਿਸਟਮ ਹੈ ਜਿਹੜਾ ਉਹ ਨਸ਼ਟ ਹੋ ਜੂ, ਜਿਹੜੇ ਉੱਥੋਂ ਦੇ ਪ੍ਰਸਥਿਤਿਕ ਪ੍ਰਬੰਧ ਸੀਗਾ, ਜੀਵ ਜੰਤੂ ਰਹਿੰਦੇ ਸੀ, ਸਾਰਾ ਉਹ ਨਸ਼ਟ ਹੋ ਜਾਣਾ, ਮਤਲਬ ਉਪਰੋਕਤ ਸਾਰੇ। ਠੀਕ ਹੈ, ਇਹਦੇ ਲਈ ਵੀ ਸਹੀ ਆਪਸ਼ਨ ਲਾਸਟ ਆਊਗੀ, ਉਪਰੋਕਤ ਸਾਰੇ। ਨੈਕਸਟ ਕੁਐਸਚਨ, ਸਰਬਜੀਤ ਨੇ ਆਪਣੇ ਪਿੰਡ ਵਿੱਚ ਇੱਕ ਬਾਇਓਗੈਸ ਪਲਾਂਟ ਦਾ ਦੌਰਾ ਕੀਤਾ। ਅਗਲੇ ਦਿਨ ਇਸ ਬਾਰੇ ਪੁੱਛਣ 'ਤੇ ਅਧਿਆਪਕ ਨੇ ਦੱਸਿਆ ਕਿ ਬਾਇਓਗੈਸ ਇੱਕ ਵਧੀਆ ਬਾਲਣ ਹੈ। ਬਾਇਓਗੈਸ ਵਿੱਚ ਮੁੱਖ ਗੈਸ ਕਿਹੜੀ ਹੁੰਦੀ ਹੈ? ਕਿਹੜੀ ਹੁੰਦੀ ਹੈ ਬੇਟਾ ਮੁੱਖ ਗੈਸ? ਮੀਥੇਨ, CH4। ਠੀਕ ਹੈ, ਮੀਥੇਨ ਮੁੱਖ ਗੈਸ ਹੁੰਦੀ ਹੈ। ਨੀਅਰ ਅਬਾਊਟ 50 ਤੋਂ ਲੈ ਕੇ 80% ਦੇ ਵਿੱਚ ਮੀਥੇਨ ਗੈਸ ਹੁੰਦੀ ਹੈ। ਠੀਕ। ਨੈਕਸਟ, ਜੋਬਨ ਦੇ ਅਧਿਆਪਕ ਨੇ ਅੱਜ ਕਲਾਸ ਵਿੱਚ ਪੌਣ ਊਰਜਾ 'ਤੇ ਇੱਕ ਵੀਡੀਓ ਦਿਖਾਈ ਅਤੇ ਦੱਸਿਆ ਕਿ ਪੌਣ ਚੱਕੀ ਦਾ ਇਸਤੇਮਾਲ ਕਈ ਥਾਵਾਂ 'ਤੇ ਹੁੰਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਪੌਣ ਊਰਜਾ ਦੇ ਇਸਤੇਮਾਲ ਹੇਠ ਲਿਖਿਆਂ ਵਿੱਚੋਂ ਕਿਸ ਕੰਮ ਲਈ ਹੁੰਦਾ ਹੈ? ਖੂਹਾਂ ਵਿੱਚੋਂ ਪਾਣੀ ਖਿੱਚਣ ਲਈ ਵੀ ਹੁੰਦਾ ਹੈ, ਆਟਾ ਪੀਸਣ ਲਈ, ਬਿਜਲੀ ਪੈਦਾ ਕਰਨ ਲਈ, ਮਤਲਬ ਉਪਰੋਕਤ ਸਾਰੇ ਕੰਮਾਂ ਲਈ ਪੌਣ ਊਰਜਾ ਦਾ ਇਸਤੇਮਾਲ ਹੁੰਦਾ ਹੈ। ਠੀਕ। ਨੈਕਸਟ ਕੁਐਸਚਨ ਹੈ, ਸਾਹਿਲ ਨੇ ਆਪਣੇ ਸਕੂਲ ਦੇ ਸਾਇੰਸ ਮੇਲੇ ਲਈ ਇੱਕ ਸੂਰਜੀ ਕੁੱਕਰ ਬਣਾਇਆ ਹੈ। ਅਧਿਆਪਕ ਨੇ ਸਾਹਿਲ ਨੂੰ ਇਸ ਨੂੰ ਅੰਦਰੋਂ ਇੱਕ ਖਾਸ ਰੰਗ ਨਾਲ ਪੇਂਟ ਕਰਨ ਲਈ ਕਿਹਾ ਸੀ। ਉਹ ਰੰਗ ਕਿਹੜਾ ਸੀ? ਕਿਹੜਾ ਹੈ ਵੀ? ਉਹ ਰੰਗ ਕਾਲਾ। ਕਾਲਾ ਰੰਗ ਕਿਉਂ ਪੇਂਟ ਕੀਤਾ ਜਾਂਦਾ? ਕਿਉਂਕਿ ਕਾਲਾ ਰੰਗ ਆ ਜਿਹੜਾ ਪ੍ਰਕਾਸ਼ ਨੂੰ, ਲਾਈਟ ਨੂੰ, ਠੀਕ ਹੈ, ਅਬਜ਼ੋਰਬ ਆ ਜਿਹੜਾ ਉਹ ਜ਼ਿਆਦਾ ਕਰਦਾ ਹੈ। ਠੀਕ ਹੈ, ਜ਼ਿਆਦਾ ਅਬਜ਼ੋਰਬ ਕਰਦਾ, ਜ਼ਿਆਦਾ ਸੋਖਦਾ ਹੈ। ਠੀਕ। ਨੈਕਸਟ ਆਪਣਾ ਹੈ ਇਸੇ ਚੈਪਟਰ ਦੇ ਵਿੱਚੋਂ ਊਰਜਾ ਦੇ ਸੋਮੇ ਦੇ ਵਿੱਚੋਂ, ਰੋਮਾ ਨੇ ਅੱਜ ਸੂਰਜੀ ਸੈੱਲ ਵਾਲਾ ਕੈਲਕੂਲੇਟਰ ਖਰੀਦਿਆ ਹੈ। ਸੂਰਜੀ ਸੈੱਲ ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦਾ ਉਪਯੋਗ ਹੁੰਦਾ ਹੈ? ਕਿਸ ਦਾ ਉਪਯੋਗ ਹੁੰਦਾ ਬੇਟਾ? ਸਿਲੀਕਾਨ ਦਾ। ਮਾਲਤੀ ਨੂੰ ਸਕੂਲ ਵਿੱਚ ਸੂਰਜੀ ਕੁੱਕਰ ਬਣਾਉਣ ਦੀ ਕਿਰਿਆ ਮਿਲੀ ਹੈ। ਉਸ ਨੇ ਇਸ ਵਿੱਚ ਦਰਪਣ ਲਗਾਉਣਾ ਹੈ। ਉਸ ਨੂੰ ਕਿਹੜਾ ਦਰਪਣ ਵਰਤਣਾ ਚਾਹੀਦਾ ਹੈ? ਕਿਹੜਾ ਦਰਪਣ ਵਰਤਣਾ ਚਾਹੀਦਾ ਬੇਟਾ ਉਸ ਨੂੰ? ਅਵਤਲ ਦਰਪਣ। ਠੀਕ ਹੈ। ਗੁਰਵਿੰਦਰ ਦੇ ਮਨ ਵਿੱਚ ਪ੍ਰਸ਼ਨ ਆਇਆ ਕਿ ਸ਼ਾਇਦ ਰਾਕਟ ਵਿੱਚ ਵੀ ਪਥਰਾਟ ਬਾਲਣ ਜਿਵੇਂ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਹੁੰਦੀ ਹੈ। ਅਗਲੇ ਦਿਨ ਅਧਿਆਪਕ ਤੋਂ ਪੁੱਛਣ 'ਤੇ ਅਧਿਆਪਕ ਨੇ ਦੱਸਿਆ ਕਿ ਰਾਕਟ ਵਿੱਚ ਬਾਲਣ ਦੇ ਰੂਪ ਵਿੱਚ ਇੱਕ ਗੈਸ ਦਾ ਦਰਵ ਦੇ ਰੂਪ ਵਿੱਚ ਉਪਯੋਗ ਹੁੰਦਾ। ਉਹ ਗੈਸ ਕਿਹੜੀ ਹੈ? ਕਿਹੜੀ ਹੈ ਬੇਟਾ ਉਹ? ਹਾਈਡਰੋਜਨ। ਹਾਈਡਰੋਜਨ ਗੈਸ ਨੂੰ ਐਜ਼ ਆ ਲਿਕੁਫਾਈਡ ਕਰਕੇ ਐਜ਼ ਆ ਰਾਕਟ ਫਿਊਲ ਵਰਤਿਆ ਜਾਂਦਾ। ਠੀਕ ਹੈ। ਦਿੱਲੀ ਯਾਤਰਾ ਦੌਰਾਨ ਸੁਨੀਲ ਨੇ ਜਾਣਿਆ ਕਿ ਉੱਥੇ ਵਾਹਨਾਂ ਵਿੱਚ ਖਾਸ ਬਾਲਣ ਵਰਤਿਆ ਜਾਂਦਾ ਹੈ। ਉਹ ਬਾਲਣ ਕਿਹੜਾ ਹੈ? ਹੁਣ ਤਾਂ ਇਹ ਲਗਭਗ ਬੇਟਾ ਬਹੁਤ ਵਰਤਿਆ ਜਾਣ ਲੱਗ ਗਿਆ, CNG। ਠੀਕ ਹੈ, ਇਹਦੇ ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਅਤੇ ਇਹਦੇ ਨਾਲ ਖਰਚਾ ਵੀ ਘੱਟ ਹੁੰਦਾ, ਪੈਟਰੋਲ ਨਾਲੋਂ, ਡੀਜ਼ਲ ਨਾਲੋਂ ਸਸਤਾ ਇਹ CNG। ਕੰਬਰਪਾਲ ਨੇ ਸਕੂਲ ਟੂਰ ਦੌਰਾਨ ਬਠਿੰਡਾ ਥਰਮਲ ਪਲਾਂਟ ਦਾ ਦੌਰਾ ਕੀਤਾ। ਥਰਮਲ ਪਲਾਂਟ ਵਿੱਚ ਬਿਜਲੀ ਬਣਾਉਣ ਲਈ ਆਮ ਤੌਰ 'ਤੇ ਕਿਹੜਾ ਬਾਲਣ ਵਰਤਿਆ ਜਾਂਦਾ? ਕਿਹੜਾ ਵਰਤਿਆ ਜਾਂਦਾ ਬੇਟਾ ਆਮ ਤੌਰ 'ਤੇ? ਕੋਲਾ।
ਠੀਕ। ਨੈਕਸਟ ਆਪਣੇ ਇਸੇ ਚੈਪਟਰ ਦੇ ਵਿੱਚੋਂ ਹੀ ਅੱਜ ਅਧਿਆਪਕ ਨੇ ਕਲਾਸ ਵਿੱਚ ਦੱਸਿਆ ਕਿ ਪੌਣ ਚੱਕੀ ਦੀ ਘੁੰਮਣ ਗਤੀ ਦਾ ਉਪਯੋਗ ਬਿਜਲੀ ਪੈਦਾ ਕਰਨ ਲਈ ਬਿਜਲੀ ਜਨਰੇਟਰ ਦੇ ਟਰਬਾਈਨ ਨੂੰ ਘੁਮਾਉਣ ਦੇ ਲਈ ਕੀਤਾ ਜਾਂਦਾ ਹੈ। ਟਰਬਾਈਨ ਦੀ ਲੋੜੀਂਦੀ ਚਾਲ ਬਣਾਈ ਰੱਖਣ ਲਈ ਪੌਣ ਦੀ ਘੱਟੋ ਘੱਟ ਚਾਲ ਕਿੰਨੀ ਹੋਣੀ ਚਾਹੀਦੀ ਹੈ? ਕਿੰਨੀ ਹੋਣੀ ਚਾਹੀਦੀ ਹੈ ਬੇਟਾ? ਬਹੁਤ ਇੰਪੋਰਟੈਂਟ ਹੈ। 15 ਕਿਲੋਮੀਟਰ ਪ੍ਰਤੀ ਘੰਟਾ। ਪਰਮਜੀਤ ਨੇ ਅਖਬਾਰ ਵਿੱਚ ਪੜ੍ਹਿਆ ਕਿ ਇੱਕ ਦੇਸ਼ ਅਜਿਹਾ ਹੈ ਜਿਸ ਦੀ 25% ਤੋਂ ਵੀ ਵੱਧ ਬਿਜਲੀ ਦੀ ਪੂਰਤੀ ਪੌਣ ਚੱਕੀਆਂ ਦੇ ਦੁਆਰਾ ਪੈਦਾ ਕਰਕੇ ਕੀਤੀ ਜਾਂਦੀ ਹੈ। ਇਸ ਦੇਸ਼ ਨੂੰ ਪੌਣਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਹ ਦੇਸ਼ ਕਿਹੜਾ ਹੈ? ਕਿਹੜਾ ਦੇਸ਼ ਹੈ ਬੇਟਾ ਇਹ? ਡੈਨਮਾਰਕ। ਡੈਨਮਾਰਕ ਨੂੰ ਪੌਣਾਂ ਦਾ ਦੇਸ਼ ਕਿਹਾ ਜਾਂਦਾ ਕਿਉਂਕਿ 25% ਦੇ ਕਰੀਬ ਹੈ ਜਿਹੜੀ ਉਹਨਾਂ ਦੀ ਬਿਜਲੀ ਪੌਣ ਚੱਕੀਆਂ ਦੁਆਰਾ ਪੈਦਾ ਕੀਤੀ ਜਾਂਦੀ ਹੈ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਦਾ ਸੋਮਾ ਸਮੁੰਦਰੀ ਊਰਜਾ ਦਾ ਸੋਮਾ ਨਹੀਂ ਹੈ? ਜਵਾਰ ਊਰਜਾ, ਤਰੰਗ ਊਰਜਾ, ਸਮੁੰਦਰੀ ਤਾਪ ਊਰਜਾ, ਭੂ ਤਾਪ ਊਰਜਾ। ਭੂ ਤਾਪ ਊਰਜਾ ਜਿਹੜਾ ਉਹ ਸਮੁੰਦਰੀ ਊਰਜਾ ਦਾ ਸੋਮਾ ਨਹੀਂ ਹੈ। ਠੀਕ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਮੁੱਕਣਯੋਗ ਸੋਮਿਆਂ ਨੂੰ ਨਾ ਨਵਿਆਉਣਯੋਗ ਸੋਮੇ ਕਿਹਾ ਜਾਂਦਾ ਹੈ। ਸਹੀ। ਨਾ ਮੁੱਕਣਯੋਗ ਸੋਮਿਆਂ ਨੂੰ ਨਵਿਆਉਣਯੋਗ ਸੋਮੇ ਕਿਹਾ ਜਾਂਦਾ, ਇਹ ਵੀ ਸਹੀ। ਚੰਗਾ ਬਾਲਣ ਬਲਣ ਤੋਂ ਬਾਅਦ ਬਹੁਤ ਘੱਟ ਸਵਾਹ ਛੱਡਦਾ ਹੈ, ਇਹ ਵੀ ਸਹੀ। ਫਾਸਲ ਬਾਲਣ ਨਵਿਆਉਣਯੋਗ ਬਾਲਣ ਹੈ, ਗਲਤ। ਫਾਸਲ ਬਾਲਣ ਹੈ ਜਿਹੜਾ ਨਵਿਆਉਣਯੋਗ ਬਾਲਣ ਨਹੀਂ ਹੈ। ਠੀਕ ਹੈ। ਅਗਲਾ ਆਪਾਂ ਚੈਪਟਰ ਅਗਲਾ ਦੇਖਦੇ ਹਾਂ ਬੇਟਾ। ਨੈਕਸਟ ਆਪਣਾ ਚੈਪਟਰ ਹੈ ਅਨੁਵੰਸ਼ਿਕਤਾ ਅਤੇ ਜੀਵ ਵਿਕਾਸ, ਕੁਦਰਤੀ ਸਾਧਨਾਂ ਦਾ ਪ੍ਰਬੰਧ। ਜੇਕਰ ਕੋਈ ਮਰਿਆ ਕੀਟ ਗਰਮ ਮਿੱਟੀ ਵਿੱਚ ਸੁੱਕ ਕੇ ਕਠੋਰ ਹੋ ਜਾਵੇ ਅਤੇ ਉਸ ਮਿੱਟੀ ਵਿੱਚ ਕੀਟ ਦੇ ਸਰੀਰ ਦੀ ਛਾਪ ਸੁਰੱਖਿਅਤ ਰਹਿ ਜਾਵੇ ਤਾਂ ਇਸ ਤਰ੍ਹਾਂ ਦੇ ਸੁਰੱਖਿਅਤ ਅਵਸ਼ੇਸ਼ਾਂ ਨੂੰ ਕੀ ਕਿਹਾ ਜਾਂਦਾ ਹੈ? ਪਥਰਾਟ। ਪਥਰਾਟ ਕਿਹਾ ਜਾਂਦਾ। ਕੁਦਰਤੀ ਚੋਣ ਦੁਆਰਾ ਜੀਵ ਵਿਕਾਸ ਸਿਧਾਂਤ ਕਿਸ ਵਿਗਿਆਨੀ ਨੇ ਦਿੱਤਾ? ਬਹੁਤ ਇੰਪੋਰਟੈਂਟ ਹੈ। ਕਿਸ ਨੇ ਦਿੱਤਾ ਬੇਟਾ? ਚਾਰਲਸ ਡਾਰਵਿਨ ਨੇ। ਹੇਠ ਲਿਖਿਆਂ ਵਿੱਚੋਂ ਸਮਜਾਤ ਅੰਗਾਂ ਦਾ ਜੋੜਾ ਚੁਣੋ। ਸਾਡਾ ਹੱਥ, ਕੁੱਤੇ ਦਾ ਅਗਲਾ ਪੈਰ, ਇਹ ਵੀ ਸਮਜਾਤ ਹੈ। ਸਾਡੇ ਦੰਦ ਅਤੇ ਹਾਥੀ ਦੇ ਦੰਦ, ਆਲੂ ਅਤੇ ਘਾਹ ਦੀਆਂ ਤਿੜਾਂ, ਤਿੰਨੋਂ ਹੀ ਸਮਜਾਤ ਨੇ, ਮਤਲਬ ਉਪਰੋਕਤ ਸਾਰੇ। ਇੱਕ ਜੀਨ ਨਾਲ ਸੰਬੰਧਿਤ ਅਨੁਵੰਸ਼ਿਕਤਾ ਲਈ ਮੈਂਡਲ ਦਾ ਅਨੁਪਾਤ ਕੀ ਹੈ? ਕੀ ਅਨੁਪਾਤ ਆ ਵੀ ਇੱਕ ਜੀਨ ਲਈ ਮੈਂਡਲ ਦਾ ਅਨੁਪਾਤ? 3:1। ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 1 ਟਨ ਕਾਗਜ਼ ਬਣਾਉਣ ਲਈ 17 ਵਿਕਸਤ ਰੁੱਖਾਂ ਦੀ ਲੋੜ ਪੈਂਦੀ ਹੈ। ਸਾਨੂੰ ਰੁੱਖਾਂ ਨੂੰ ਬਚਾਉਣ ਲਈ ਹੇਠ ਲਿਖਿਆਂ ਵਿੱਚੋਂ ਕੀ ਕਰਨਾ ਚਾਹੀਦਾ? ਕਾਗਜ਼ ਦੀ ਵਰਤੋਂ ਨੂੰ ਘੱਟ ਕਰਨਾ ਚਾਹੀਦਾ। ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ। ਕਾਗਜ਼ ਦਾ ਪੁਨਰ ਚੱਕਰ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਵਰਤ ਕੇ ਦੁਬਾਰਾ ਵਰਤ ਸਕਦੇ ਹਾਂ, ਮਤਲਬ ਅਸੀਂ ਉਪਰੋਕਤ ਸਾਰੇ ਕੰਮ ਕਰ ਸਕਦੇ ਹਾਂ। ਠੀਕ ਹੈ। ਨੈਕਸਟ, ਸੁਰਿੰਦਰ ਦੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਸਾਰੇ ਰੁੱਖ ਕੱਟ ਦਿੱਤੇ ਜਾਣ ਤਾਂ ਕੀ ਹੋਵੇਗਾ? ਆਕਸੀਜਨ ਦੀ ਮਾਤਰਾ ਵਿੱਚ ਵਾਧਾ ਹੋ ਜਾਏਗਾ, ਤਾਪਮਾਨ ਵਿੱਚ ਕਮੀ ਹੋ ਜਾਏਗੀ। ਤਾਪਮਾਨ ਵਿੱਚ ਵਾਧਾ, ਪ੍ਰਦੂਸ਼ਣ, ਹੜ੍ਹ, ਸੋਕਾ, ਹਰਿਆਲੀ ਵਿੱਚ ਵਾਧਾ। ਕੀ ਹੋ ਜਾਏਗਾ ਵੀ ਜੇ ਰੁੱਖ ਕੱਟ ਦਿੱਤੇ ਜਾਣ? ਤਾਪਮਾਨ ਵਿੱਚ ਵਾਧਾ ਹੋ ਜਾਏਗਾ, ਪ੍ਰਦੂਸ਼ਣ ਵੱਧ ਜਾਏਗਾ, ਹੜ੍ਹ, ਸੋਕਾ, ਸਭ ਕੁਛ ਹੋ ਸਕਦਾ ਹੈ। ਠੀਕ ਹੈ। ਹੇਠ ਲਿਖੀਆਂ ਗੈਸਾਂ ਵਿੱਚੋਂ ਕਿਹੜੀ ਗੈਸ ਹਰਾ ਗ੍ਰਹਿ ਪ੍ਰਭਾਵ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ? ਬਹੁਤ ਇੰਪੋਰਟੈਂਟ ਹੈ। ਕਿਹੜੀ ਗੈਸ ਹੈ ਬੇਟਾ ਉਹ? CO2, ਕਾਰਬਨ ਡਾਈਆਕਸਾਈਡ। ਨੈਕਸਟ, ਮਾਤਾ ਪਿਤਾ ਤੋਂ ਬੱਚਿਆਂ ਤੱਕ ਗੁਣਾਂ ਦਾ ਸੰਚਾਰ ਕੀ ਅਖਵਾਉਂਦਾ ਹੈ? ਮਾਤਾ ਪਿਤਾ ਤੋਂ ਬੱਚਿਆਂ ਤੱਕ ਗੁਣ ਜਿਹੜੇ ਆਉਂਦੇ ਨੇ ਉਸ ਨੂੰ ਕੀ ਬੋਲਦੇ ਹਾਂ ਅਸੀਂ? ਅਨੁਵੰਸ਼ਿਕਤਾ। ਕਿਸੇ ਜੀਵ ਦੇ ਦਿਖਾਈ ਦੇਣ ਵਾਲੇ ਗੁਣਾਂ ਨੂੰ ਕੀ ਕਹਿੰਦਾ? ਜਿਹੜੇ ਉਹਦੇ ਗੁਣ ਉਸ ਵਿੱਚ ਦਿਖਾਈ ਦਿੰਦੇ ਆ ਉਸ ਨੂੰ ਕੀ ਬੋਲਦੇ ਆ? ਫਿਨੋਟਾਈਪ। ਨੈਕਸਟ, ਇਹਨਾਂ ਵਿੱਚੋਂ ਕਿਹੜਾ ਗੁਣ ਮਾਤਾ ਪਿਤਾ ਤੋਂ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚਦਾ? ਵਿਭਾਜਿਤ ਠੋਡੀ, ਇਹ ਵੀ ਆ ਸਕਦੀ ਹੈ। ਤਿੱਖੀ ਠੋਡੀ, ਇੱਕ ਕਿਸੇ ਚੋਟ ਦੇ ਨਿਸ਼ਾਨ ਵਾਲੀ ਠੋਡੀ, ਚੌੜੀ ਠੋਡੀ। ਕਿਹੜੀ ਨਹੀਂ ਆ ਸਕਦੀ ਵੀ? ਕਿਸੇ ਚੋਟ ਦੇ ਨਿਸ਼ਾਨ ਵਾਲੀ ਠੋਡੀ। ਅਗਰ ਕਿਸੇ ਦੀ ਚੋਟ ਲੱਗ ਗਈ ਕਿਸੇ ਮਾਂ ਜਾਂ ਬਾਪ ਦੇ ਤਾਂ ਉਹ ਜ਼ਰੂਰੀ ਨਹੀਂ ਬੱਚੇ ਦੇ ਵੀ ਲੱਗੇ, ਹੈ ਨਾ। ਬੱਚੇ ਦੇ ਥੋੜ੍ਹਾ ਚੋਟ ਲੱਗੇਗੀ ਤਾਂ ਇਹ ਨਹੀਂ ਹੋ ਸਕਦਾ। ਗੰਗਾ ਸਫਾਈ ਯੋਜਨਾ ਕਿਸ ਸਾਲ ਵਿੱਚ ਆਰੰਭ ਕੀਤੀ ਗਈ ਸੀ? ਇਹ ਕੀਤੀ ਗਈ ਸੀ ਬੇਟਾ 1985 ਵਿੱਚ। ਠੀਕ। ਨੈਕਸਟ ਆਪਣਾ ਇੱਕ ਹੋਰ ਟੌਪਿਕ ਰਹਿੰਦਾ ਸੀ ਸਾਇੰਸ ਵਰਕਸ਼ੀਟ ਦਾ, ਕਾਬੂ ਅਤੇ ਤਾਲਮੇਲ। ਉਹ ਵੀ ਆਪਾਂ ਦੇਖਦੇ ਹਾਂ। ਇਹਦੇ ਵਿੱਚੋਂ ਦੇਖੋ ਬੇਟਾ, ਕਾਬੂ ਅਤੇ ਤਾਲਮੇਲ। ਫਸਟ ਆਪਣੀ ਇਹ ਪਹਿਲਾ ਕੁਐਸਚਨ,
ਸਾਡੇ ਸਰੀਰ ਵਿੱਚ ਕਾਬੂ ਅਤੇ ਤਾਲਮੇਲ ਦਾ ਕਾਰਜ ਕੌਣ ਕਰਦਾ ਹੈ? ਨਾੜੀ ਸਿਸਟਮ ਅਤੇ ਹਾਰਮੋਨ ਦੋਨੋਂ ਹੀ ਕਰਦੇ ਆ। ਠੀਕ ਹੈ, ਊੜਾ ਅਤੇ ਆੜਾ ਦੋਨੋਂ। ਹੇਠਾਂ ਦਰਸਾਏ ਚਿੱਤਰ ਵਿੱਚ ਕੀ ਵਿਖਾਇਆ ਗਿਆ ਹੈ? ਪ੍ਰਤੀਵਰਤੀ ਚਾਪ, ਸੂਈ ਮੂਈ ਦਾ ਪੌਦਾ, ਨਾੜੀ ਸੈੱਲ। ਕੀ ਦਿਖਾਇਆ ਗਿਆ ਵੀ ਇਹ? ਨਾੜੀ ਸੈੱਲ। ਇੱਕ ਦਿਨ ਪੂਜਾ ਦਾ ਹੱਥ ਗਲਤੀ ਨਾਲ ਗਰਮ ਤਵੇ 'ਤੇ ਲੱਗ ਗਿਆ। ਉਸਨੇ ਨੋਟ ਕੀਤਾ ਉਸਨੇ ਆਪਣਾ ਹੱਥ ਬੜੀ ਤੇਜ਼ੀ ਨਾਲ ਪਿੱਛੇ ਕਰ ਲਿਆ। ਅਜਿਹਾ ਕਿਸ ਕਾਰਨ ਹੋਇਆ? ਕਿਸ ਕਾਰਨ ਹੋਇਆ ਵੀ ਇਹ? ਪ੍ਰਤੀਵਰਤੀ ਕਿਰਿਆ। ਜਿਸ ਕਿਰਿਆ ਦੇ ਥਰੂ ਅਸੀਂ ਕੋਈ ਵੀ ਕੰਮ ਹੋਇਆ ਉਹਦੇ ਲਈ ਪ੍ਰਤੀਕਿਰਿਆ ਦਿੰਦੇ ਹਾਂ ਅਸੀਂ। ਠੀਕ, ਵੀ ਮਤਲਬ ਗਰਮ ਨੂੰ ਲੱਗਿਆ, ਗਰਮ ਤਵੇ ਨੂੰ ਉਹਨੇ ਪਿੱਛੇ ਨੂੰ ਖਿੱਚ ਲਿਆ, ਪ੍ਰਤੀਵਰਤੀ ਕਿਰਿਆ ਹੋਈ। ਠੀਕ ਹੈ। ਹਰਿੰਦਰ ਦੇ ਦਾਦਾ ਜੀ ਦੀ ਤਬੀਅਤ ਠੀਕ ਨਹੀਂ ਹੈ। ਜਾਂਚ ਤੋਂ ਬਾਅਦ ਡਾਕਟਰ ਨੇ ਸ਼ੱਕਰ ਨਾ ਖਾਣ ਅਤੇ ਇਨਸੂਲਿਨ ਦਾ ਟੀਕਾ ਲਗਵਾਉਣ ਦੀ ਸਲਾਹ ਦਿੱਤੀ। ਉਹ ਕਿਸ ਰੋਗ ਤੋਂ ਪੀੜਤ ਹਨ? ਕਿਸ ਰੋਗ ਤੋਂ ਪੀੜਤ ਹਨ? ਸ਼ੱਕਰ ਰੋਗ, ਜਿਹਨੂੰ ਅਸੀਂ ਸ਼ੂਗਰ ਵੀ ਕਹਿ ਦਿੰਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪੌਦਾ ਹਾਰਮੋਨ ਹੈ? ਇਨਸੂਲਿਨ, ਥਾਇਰੋਕਸਾਈਨ, ਈਸਟ੍ਰੋਜਨ, ਸਾਈਟੋਕਾਈਨਿਨ। ਕਿਹੜਾ ਹੈ ਪੌਦਾ ਹਾਰਮੋਨ ਇਹਨਾਂ ਵਿੱਚੋਂ? ਸਾਈਟੋਕਾਈਨਿਨ, ਜਿਹੜਾ ਸੈੱਲ ਵੰਡ ਲਈ ਜ਼ਿੰਮੇਵਾਰ ਹੈ। ਪੌਦਿਆਂ ਦੇ ਵਿੱਚ ਵਿਭਾਜਨ ਹੁੰਦਾ ਜਿਹੜਾ ਸੈੱਲਾਂ ਦਾ, ਉਸ ਲਈ ਜ਼ਿੰਮੇਵਾਰ ਹੁੰਦਾ ਇਹ ਸਾਈਟੋਕਾਈਨਿਨ। ਦਿਮਾਗ ਦਾ ਕਿਹੜਾ ਭਾਗ ਅਣਇੱਛਤ ਕਿਰਿਆਵਾਂ ਜਿਵੇਂ ਕਿ ਲਹੂ ਦਾ ਦਬਾਅ, ਲਾਰ ਆਉਣਾ, ਉਲਟੀ ਆਉਣਾ ਨੂੰ ਨਿਯੰਤਰਿਤ ਕਰਦਾ ਹੈ? ਕਿਹੜਾ ਕਰਦਾ ਵੀ? ਪਿਛਲੇ ਭਾਗ ਵਿੱਚ ਮੌਜੂਦ ਮੈਡੂਲਾ। ਹੇਠ ਲਿਖਿਆਂ ਵਿੱਚੋਂ ਕਿਹੜੀ ਉਦਾਹਰਨ ਇੱਛਤ ਕਿਰਿਆ ਨਾਲ ਸੰਬੰਧ ਨਹੀਂ ਰੱਖਦੀ? ਮਤਲਬ ਕਿਹੜੀ ਆਪਣੀ ਇੱਛਾ ਮੁਤਾਬਕ ਨਹੀਂ ਹੁੰਦੀ? ਲਿਖਣਾ, ਬੋਲਣਾ, ਤਾੜੀ ਮਾਰਨਾ, ਦਿਲ ਧੜਕਣਾ। ਕਿਹੜਾ ਨਹੀਂ ਹੁੰਦਾ ਆਪਣੀ ਇੱਛਾ ਦੇ ਵਿੱਚ? ਦਿਲ ਧੜਕਣਾ। ਦਿਲ ਆ ਜਿਹੜਾ ਉਹ ਆਪਣੀ ਮਰਜ਼ੀ ਨਾਲ ਧੜਕਦਾ ਰਹੇਗਾ। ਹੇਠ ਲਿਖਿਆਂ ਵਿੱਚੋਂ ਕਿਹੜੀ ਉਦਾਹਰਨ ਅਣਇੱਛਤ ਕਿਰਿਆ ਦੀ ਹੈ? ਅਣਇੱਛਤ ਕਿਰਿਆ ਦੀ ਦੱਸਣੀ ਹੈ ਵੀ ਆਪਾਂ। ਸਵਾਦ ਖਾਣਾ ਵੇਖ ਕੇ ਮੂੰਹ ਵਿੱਚੋਂ ਪਾਣੀ ਆਉਣਾ, ਚੱਲਣਾ, ਚਿੱਤਰ ਬਣਾਉਣਾ, ਦੌੜਨਾ। ਹੁਣ ਦੇਖੋ, ਚੱਲਣਾ, ਚਿੱਤਰ ਬਣਾਉਣਾ, ਦੌੜਨਾ ਇਹ ਆਪਣੀ ਇੱਛਾ 'ਤੇ ਡਿਪੈਂਡ ਕਰਦੇ ਨੇ, ਪਰ ਇਹ ਨਹੀਂ। ਠੀਕ ਹੈ, ਸਵਾਦ ਖਾਣਾ ਦੇਖ ਕੇ ਮੂੰਹ ਵਿੱਚੋਂ ਪਾਣੀ ਆਉਣਾ ਇਹ ਅਣਇੱਛਤ ਕਿਰਿਆ ਦੀ ਉਦਾਹਰਨ ਹੈ। ਠੀਕ ਹੈ। ਪੌਦਿਆਂ ਦੀਆਂ ਜੜ੍ਹਾਂ ਦਾ ਪਾਣੀ ਵੱਲ ਝੁਕਾਅ ਕਿਸ ਅਨੁਵਰਤਨ ਦੀ ਉਦਾਹਰਨ ਹੈ? ਕਿਸ ਅਨੁਵਰਤਨ ਦੀ ਉਦਾਹਰਨ ਹੈ ਵੀ? ਜਲ ਅਨੁਵਰਤਨ। ਹੇਠ ਲਿਖਿਆਂ ਵਿੱਚੋਂ ਕਿਹੜਾ ਹਾਰਮੋਨ ਸੈੱਲ ਵੰਡ ਲਈ ਜ਼ਿੰਮੇਵਾਰ ਹੈ? ਆਪਾਂ ਪਹਿਲਾਂ ਹੀ ਦੱਸ ਚੁੱਕੇ ਤੁਹਾਨੂੰ। ਕਿਹੜਾ ਵੀ? ਸਾਈਟੋਕਾਈਨਿਨ ਸੈੱਲ ਵੰਡ ਲਈ ਜ਼ਿੰਮੇਵਾਰ ਹੈ। ਇਹ ਸੀਗੇ ਤੁਹਾਡੇ ਕੁਛ ਕੁਐਸਚਨ ਜਿਹੜੇ ਸਾਇੰਸ ਵਰਕਸ਼ੀਟ ਦੇ ਆਪਾਂ ਹੱਲ ਕੀਤੇ। ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਆ ਬੇਟਾ, ਅਤੇ ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਵੀ ਆ ਗਏ ਹੋਣਗੇ ਅਤੇ ਤੁਸੀਂ ਇਹਨਾਂ ਨੂੰ ਨੋਟ ਵੀ ਕਰ ਲਿਆ ਹੋਵੇਗਾ। ਥੈਂਕ ਯੂ।